ਸਰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ ਅੱਜ ਆਪਾਂ MS ਵਰਡ ਵਿੱਚ ਪੇਜ ਸੈਟਿੰਗ, ਪੇਜ ਲੇਆਊਟ, ਉਹਨਾਂ ਸਾਰੀਆਂ ਆਪਸ਼ਨਸ ਬਾਰੇ ਜਾਣਕਾਰੀ ਲਵਾਂਗੇ। ਹੁਣ ਜਦੋਂ ਅਸੀਂ ਕੋਈ ਡਾਕੂਮੈਂਟ ਤਿਆਰ ਕਰ ਰਹੇ ਹਾਂ, ਕੋਈ ਫਾਈਲ ਤਿਆਰ ਕਰ ਰਹੇ ਹਾਂ, ਤੇ ਉਹਦੇ ਵਿੱਚ ਪੇਜ ਦੀ ਸੈਟਿੰਗ ਕਰਨੀ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦਾ। ਹੁਣ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ, ਸਟਾਰਟ 'ਤੇ ਜਾਵਾਂਗੇ ਤੇ ਵਰਡ 2016 ਇੱਥੇ ਕਲਿੱਕ ਕਰਾਂਗੇ ਤੇ ਸਾਡਾ ਮਾਈਕਰੋਸਾਫਟ ਵਰਡ ਜਿਹੜਾ ਆ ਉਹ ਸ਼ੁਰੂ ਹੋ ਜਾਂਦਾ। ਅਸੀਂ ਨਿਊ ਬਲੈਂਕ ਡਾਕੂਮੈਂਟ 'ਤੇ ਕਲਿੱਕ ਕਰਦੇ ਹਾਂ ਤੇ ਸਾਡਾ ਬਲੈਂਕ ਡਾਕੂਮੈਂਟ ਜੋ ਆ ਉਹ ਖੁੱਲ ਚੁੱਕਾ। ਹੁਣ ਇਹਦੇ ਵਿੱਚ ਅਸੀਂ ਟਾਈਪ ਕਰ ਸਕਦੇ ਹਾਂ। ਟਾਈਪ ਕਰਨ ਤੋਂ ਬਾਅਦ 'ਚ ਡਾਕੂਮੈਂਟ ਦੀ ਫਾਰਮੈਟਿੰਗ ਕਰ ਸਕਦੇ ਹਾਂ। ਫਾਰਮੈਟਿੰਗ ਕਰਨ ਤੋਂ ਬਾਅਦ 'ਚ ਉਸ ਨੂੰ ਪ੍ਰਿੰਟ ਕੀਤਾ ਜਾ ਸਕਦਾ। ਪਰ ਇਹ ਸਭ ਕੁਝ ਕਰਨ ਤੋਂ ਪਹਿਲਾਂ ਸਾਨੂੰ ਪੇਜ ਦੀ ਸੈਟਿੰਗ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਹੁਣ ਜੇਕਰ ਅਸੀਂ ਸਮਝੀਏ ਲਾਈਨ ਸਪੇਸਿੰਗ ਨੂੰ ਠੀਕ ਜਾਂ ਐਡਜਸਟ ਕਰਨਾ, ਡਿਫਾਲਟ ਸਪੇਸਿੰਗ 1.15 ਲਾਈਨ ਸਪੇਸਿੰਗ ਅਤੇ ਹਰੇਕ ਪੈਰਾ ਤੋਂ ਬਾਅਦ 10 ਪੁਆਇੰਟ ਦੀ ਹੁੰਦੀ ਹੈ। ਇੱਕ ਪੂਰੇ ਦਸਤਾਵੇਜ਼ ਲਈ ਲਾਈਨ ਸਪੇਸ ਬਦਲਣ ਦਾ ਸਭ ਤੋਂ ਆਸਾਨ ਤਰੀਕਾ ਹੈ ਉਸ ਪੈਰਾਗ੍ਰਾਫ ਜਾਂ ਪੂਰੇ ਦਸਤਾਵੇਜ਼ ਨੂੰ ਚੁਣੋ ਜਿਸ ਦੀ ਲਾਈਨ ਸਪੇਸਿੰਗ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ। ਹੁਣ ਅਸੀਂ ਲਾਈਨ ਸਪੇਸਿੰਗ ਨੂੰ ਅਪਲਾਈ ਕਰਕੇ ਦੇਖਾਂਗੇ। ਅਸੀਂ ਇਹ ਡਾਕੂਮੈਂਟ ਇੱਕ ਨਵਾਂ ਖੋਲ੍ਹਿਆ ਆ, ਇਹਦੇ ਵਿੱਚ ਸਭ ਤੋਂ ਪਹਿਲਾਂ ਟਾਈਪ ਕਰਾਂਗੇ। ਅਸੀਂ ਇੱਥੇ ਕੁਝ ਕੰਟੈਂਟ ਜੋ ਹੈ ਉਹ ਨੈੱਟ ਤੋਂ ਕਾਪੀ ਕਰਕੇ ਤੇ ਪੇਸਟ ਕਰ ਦਿੱਤਾ ਹੈ। ਹੁਣ ਜੇਕਰ ਅਸੀਂ ਆਪਣੇ ਹੋਮ ਟੈਬ ਤੇ ਕਲਿੱਕ ਕਰਦੇ ਹਾਂ, ਹੋਮ ਟੈਬ ਦੇ ਵਿੱਚ ਜਾ ਕੇ ਪੈਰਾਗ੍ਰਾਫ ਗਰੁੱਪ ਦੇ ਵਿੱਚ ਇੱਥੇ ਲਾਈਨ ਸਪੇਸਿੰਗ ਦੀ ਆਪਸ਼ਨ ਸਾਨੂੰ ਮਿਲ ਜਾਂਦੀ ਹੈ। ਜੇਕਰ ਅਸੀਂ ਇੱਥੇ ਚੈੱਕ ਕਰਾਂਗੇ ਤੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਲਾਈਨ ਸਪੇਸਿੰਗ ਸਾਨੂੰ ਇੱਥੇ ਮਿਲ ਜਾਂਦੀਆਂ ਹਨ। ਅਸੀਂ ਇਹਨੂੰ ਸਿਲੈਕਟ ਕਰਕੇ ਇੱਥੋਂ ਲਾਈਨ ਸਪੇਸਿੰਗ ਤੋਂ ਜਾ ਕੇ ਜਿੰਨੀ ਲਾਈਨ ਸਪੇਸਿੰਗ ਚਾਹੁੰਦੇ ਹਾਂ ਉਹ ਚੇਂਜ ਕਰ ਸਕਦੇ ਹਾਂ। ਡਿਫਾਲਟ ਜੋ ਹੁੰਦੀ ਹੈ ਉਹ 1.15 ਹੁੰਦੀ ਹੈ। ਦੇਖੋ ਜੋ ਡਿਫਾਲਟ ਸਪੇਸਿੰਗ ਹੈ ਉਹ 1.15 ਹੈ, ਪਰ ਅਸੀਂ ਆਪਣੀ ਲੋੜ ਦੇ ਅਨੁਸਾਰ ਇਸ ਨੂੰ ਵਧਾ ਵੀ ਸਕਦੇ ਹਾਂ ਅਤੇ ਘਟਾ ਵੀ ਸਕਦੇ ਹਾਂ। ਅਸੀਂ ਇਸ ਨੂੰ ਸਿਲੈਕਟ ਕਰ ਸਕਦੇ ਹਾਂ। ਇਸ ਤੋਂ ਬਾਅਦ ਆ ਇੱਕ ਛੋਟਾ ਜਿਹਾ ਐਰੋ ਦਿਖਾਈ ਦਿੰਦਾ ਹੈ। ਇਸ ਆਪਸ਼ਨ ਡਾਇਲੌਗ ਬਾਕਸ ਇੱਥੇ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਪੈਰਾਗ੍ਰਾਫ ਆਪਸ਼ਨ ਡਾਇਲੌਗ ਬਾਕਸ ਖੁੱਲ੍ਹ ਜਾਂਦਾ ਹੈ, ਜਿਹਦੇ ਵਿੱਚੋਂ ਅਸੀਂ ਪੈਰਾਗ੍ਰਾਫ ਦੀ ਸਪੇਸਿੰਗ ਵੀ ਵੱਧ ਘੱਟ ਕਰ ਸਕਦੇ ਹਾਂ ਕਿ ਹਰੇਕ ਪੈਰਾਗ੍ਰਾਫ ਤੋਂ ਬਾਅਦ ਕਿੰਨੀ ਸਪੇਸ ਆਵੇ। ਅਸੀਂ ਬਿਫੋਰ ਜਾਂ ਆਫਟਰ ਦੇ ਅਨੁਸਾਰ ਇੱਥੋਂ ਚੇਂਜ ਕਰਾਂਗੇ ਤੇ ਓਕੇ ਤੇ ਕਲਿੱਕ ਕਰਾਂਗੇ। ਆ ਲਾਈਨ ਸਪੇਸਿੰਗ ਹੈ ਤੇ ਇੱਥੋਂ ਪੈਰਾਗ੍ਰਾਫ ਸਪੇਸਿੰਗ ਹੈ। ਅਸੀਂ ਓਕੇ ਕਰਾਂਗੇ। ਹੁਣ ਤੁਸੀਂ ਦੇਖੋਗੇ ਲਾਈਨ ਸਪੇਸਿੰਗ ਵਿੱਚ ਫਰਕ ਨਹੀਂ ਪਿਆ, ਸਿਰਫ ਪੈਰਾਗ੍ਰਾਫ ਦੀ ਸਪੇਸਿੰਗ ਵਿੱਚ ਫਰਕ ਪੈ ਚੁੱਕਾ ਹੈ। ਅਸੀਂ ਇੱਥੋਂ ਆਪਸ਼ਨ ਡਾਇਲੌਗ ਬਾਕਸ ਨੂੰ ਖੋਲ੍ਹ ਕੇ ਵੀ ਇੱਥੋਂ ਲਾਈਨ ਸਪੇਸਿੰਗ ਨੂੰ ਵੀ ਵਧਾ ਘਟਾ ਸਕਦੇ ਹਾਂ ਅਤੇ ਪੈਰਾਗ੍ਰਾਫ ਸਪੇਸਿੰਗ ਨੂੰ ਵੀ ਵਧਾ ਜਾਂ ਘਟਾ ਸਕਦੇ ਹਾਂ। ਪੇਜ ਮਾਰਜਨ, ਪੇਜ ਮਾਰਜਨ ਪੇਜ ਦੇ ਕਿਨਾਰਿਆਂ ਦੇ ਆਲੇ ਦੁਆਲੇ ਵਾਲੀ ਖਾਲੀ ਥਾਂ ਹੁੰਦੀ ਹੈ। ਆਮ ਤੌਰ ਤੇ ਅਸੀਂ ਮਾਰਜਨ ਦੇ ਅੰਦਰ ਪ੍ਰਿੰਟ ਹੋਣ ਯੋਗ ਏਰੀਆ ਵਿੱਚ ਟੈਕਸਟ ਅਤੇ ਗ੍ਰਾਫਿਕਸ ਰੱਖਦੇ ਹਾਂ। ਹੁਣ ਜੇਕਰ ਅਸੀਂ ਇੱਥੇ ਦੇਖਾਂਗੇ ਤੇ ਸਾਡਾ ਜੋ ਕੰਟੈਂਟ ਹੈ ਉਹ ਆ ਵਾਲਾ ਕੰਟੈਂਟ ਹੈ ਤੇ ਇਹਦੇ ਖੱਬੇ ਸਾਈਡ ਤੇ, ਸੱਜੇ ਸਾਈਡ ਤੇ, ਉੱਪਰ ਜਾਂ ਨੀਚੇ ਕੁਝ ਏਰੀਆ ਜੋ ਹੈ ਉਹ ਖਾਲੀ ਦਿਖਾਈ ਦੇ ਰਿਹਾ ਹੈ। ਇਹ ਜੋ ਖਾਲੀ ਏਰੀਆ ਅਸੀਂ ਦੇਖ ਰਹੇ ਹਾਂ ਇਸ ਨੂੰ ਮਾਰਜਨ ਕਿਹਾ ਜਾਂਦਾ ਹੈ। ਅਸੀਂ ਆਪਣੀ ਲੋੜ ਦੇ ਅਨੁਸਾਰ ਆਪਣੇ ਡਾਕੂਮੈਂਟ ਦਾ ਮਾਰਜਨ ਜੋ ਹੈ ਉਹ ਵਧਾ ਜਾਂ ਘਟਾ ਸਕਦੇ ਹਾਂ। ਜੇਕਰ ਅਸੀਂ ਆਪਣੇ ਪੇਜ ਦਾ ਮਾਰਜਨ ਵਧਾਉਣਾ ਜਾਂ ਘਟਾਉਣਾ ਚਾਹੁੰਦੇ ਹਾਂ ਤੇ ਅਸੀਂ ਇੱਥੇ ਲੇਆਊਟ ਟੈਬ ਤੇ ਕਲਿੱਕ ਕਰਾਂਗੇ। ਇੱਥੇ ਲੇਆਊਟ ਟੈਬ ਤੇ ਕਲਿੱਕ ਕਰਾਂਗੇ ਤੇ ਸਾਡੇ ਕੋਲ ਇੱਥੇ ਮਾਰਜਨ ਦੀ ਆਪਸ਼ਨ ਦਿਖਾਈ ਦਿੰਦੀ ਹੈ। ਅਸੀਂ ਇੱਥੇ ਮਾਰਜਨ ਵਿੱਚ ਜਾਵਾਂਗੇ ਤੇ ਇੱਥੇ ਨਾਰਮਲ ਮਾਰਜਨ ਫਿਲਹਾਲ ਸਿਲੈਕਟ ਹੈ। ਅਸੀਂ ਨੈਰੋ ਕਰਦੇ ਹਾਂ। ਜੇਕਰ ਨੈਰੋ ਤੇ ਕਲਿੱਕ ਕਰਾਂਗੇ ਤੇ ਤੁਸੀਂ ਦੇਖੋਗੇ ਕਿ ਪੇਜ ਦੇ ਕਿਨਾਰਿਆਂ ਦੇ ਵਿੱਚ ਜੋ ਮਾਰਜਨ ਸੀਗਾ ਉਸ ਦੀ ਜੋ ਚੌੜਾਈ ਸੀ ਉਹ ਘਟ ਗਈ ਹੈ ਤੇ ਜੋ ਕੰਟੈਂਟ ਸੀ ਉਹ ਜ਼ਿਆਦਾ ਏਰੀਏ ਦੇ ਵਿੱਚ ਦਿਖਾਈ ਦੇ ਰਿਹਾ ਹੈ। ਅਸੀਂ ਇੱਥੇ ਫਿਰ ਦੁਬਾਰਾ ਦੇਖਦੇ ਹਾਂ। ਜੇਕਰ ਮੈਂ ਵਾਈਡ ਕਰ ਦਿੰਦਾ ਹਾਂ ਤੇ ਜੋ ਮੇਰਾ ਕੰਟੈਂਟ ਹੈ ਉਹ ਘਟ ਜਾਏਗਾ ਤੇ ਮਾਰਜਨ ਖਾਲੀ ਜੋ ਏਰੀਆ ਹੈ ਉਹ ਵੱਧ ਜਾਏਗਾ। ਤੁਸੀਂ ਦੇਖੋਗੇ ਹੁਣ ਸਾਈਡਾਂ ਤੇ ਮਾਰਜਨ ਜੋ ਹੈ ਉਹ ਵੱਧ ਛੱਡਿਆ ਜਾ ਰਿਹਾ ਹੈ ਤੇ ਜੋ ਕੰਟੈਂਟ ਹੈ ਉਹ ਵੱਧ ਕੇ ਅਗਲੇ ਪੇਜ ਤੇ ਸ਼ਿਫਟ ਹੋ ਚੁੱਕਾ ਹੈ। ਅਸੀਂ ਆਪਣੀ ਲੋੜ ਦੇ ਅਨੁਸਾਰ ਇੱਥੋਂ ਜਿੰਨਾ ਮਾਰਜਨ ਚਾਹੁੰਦੇ ਹਾਂ ਉਹ ਇੱਥੋਂ ਚੇਂਜ ਕਰ ਸਕਦੇ ਹਾਂ। ਘੱਟ ਕਰਨਾ ਚਾਹੁੰਦੇ ਹਾਂ, ਜ਼ਿਆਦਾ ਕਰਨਾ ਚਾਹੁੰਦੇ ਹਾਂ, ਉਹ ਅਸੀਂ ਇੱਥੋਂ ਚੇਂਜ ਕਰ ਸਕਦੇ ਹਾਂ। ਇਸੇ ਤਰੀਕੇ ਨਾਲ ਅਸੀਂ ਕਸਟਮ ਮਾਰਜਨ ਵਿੱਚ ਵੀ ਜਾ ਸਕਦੇ ਹਾਂ। ਅਸੀਂ ਜੇ ਕਸਟਮ ਮਾਰਜਨ ਵਿੱਚ ਜਾਵਾਂਗੇ ਤਾਂ ਸਾਡੇ ਕੋਲ ਇੱਕ ਡਾਇਲੌਗ ਬਾਕਸ ਖੁੱਲ੍ਹ ਜਾਂਦਾ ਹੈ ਜਿਸ ਵਿੱਚ ਅਸੀਂ ਆਪਣੀ ਲੋੜ ਦੇ ਅਨੁਸਾਰ ਟੋਪ, ਲੈਫਟ, ਬਾਟਮ, ਜਿਸ ਤਰੀਕੇ ਨਾਲ ਮੈਂ ਲੈਫਟ ਤੋਂ ਜ਼ਿਆਦਾ ਮਾਰਜਨ ਛੱਡਣਾ ਚਾਹੁੰਦਾ ਹਾਂ ਤੇ ਮੈਂ ਇੱਥੋਂ ਉਹਦੀ ਵੈਲਿਊ ਜੋ ਹੈ ਉਹ ਵਧਾ ਸਕਦਾ ਹਾਂ। ਤੇ ਟੋਪ ਤੋਂ, ਬਾਟਮ ਤੋਂ ਤੇ ਰਾਈਟ ਤੋਂ ਮੈਂ ਇੱਕ 0.5 ਜਿਹੜਾ ਹੈ ਉਹ ਛੱਡਿਆ ਹੈ, ਪਰ ਲੈਫਟ ਸਾਈਡ ਤੋਂ 1 ਇੰਚ ਜੋ ਮਾਰਜਨ ਹੈ ਉਹ ਛੱਡਿਆ ਹੈ। ਓਕੇ ਕਰਾਂਗੇ ਤਾਂ ਤੁਸੀਂ ਦੇਖੋਗੇ ਲੈਫਟ ਸਾਈਡ ਤੋਂ ਮਾਰਜਨ ਵੱਧ ਛੱਡਿਆ ਹੈ, ਬਾਕੀ ਰਾਈਟ, ਟੌਪ ਤੇ ਬਾਟਮ ਦੇ ਉੱਪਰ ਮਾਰਜਨ ਦੀ ਜੋ
ਸਾਈਜ਼ ਸੀਗਾ ਉਹ ਘੱਟ ਛੱਡਿਆ ਹੋਇਆ ਹੈ। ਓਰੀਐਂਟੇਸ਼ਨ ਅਸੀਂ ਆਪਣੇ ਡਾਕੂਮੈਂਟ ਵਿਚਲੇ ਪੇਜ ਦੀ ਓਰੀਐਂਟੇਸ਼ਨ ਨੂੰ ਆਪਣੀ ਲੋੜ ਅਨੁਸਾਰ ਚੇਂਜ ਕਰ ਸਕਦੇ ਹਾਂ। ਅਸੀਂ ਪੋਰਟਰੇਟ ਜਾਂ ਲੈਂਡਸਕੇਪ ਦੋ ਤਰੀਕੇ ਦੀ ਜੋ ਓਰੀਐਂਟੇਸ਼ਨ ਹੈ ਉਹ ਆਪਣੇ ਪੇਜ ਦੇ ਉੱਪਰ ਅਪਲਾਈ ਕਰ ਸਕਦੇ ਹਾਂ। ਹੁਣ ਤੁਸੀਂ ਦੇਖੋਗੇ ਕਿ ਮੇਰੀ ਫਾਈਲ ਦੇ ਵਿੱਚ ਦੋ ਪੇਜ ਹਨ, ਪੇਜ 1 ਅਤੇ ਪੇਜ 2। ਹੁਣ ਅਸੀਂ ਇੱਥੇ ਲੇਆਊਟ ਟੈਬ ਤੇ ਜਾਵਾਂਗੇ। ਲੇਆਊਟ ਟੈਬ ਦੇ ਵਿੱਚ ਜਾ ਕੇ ਇੱਥੇ ਓਰੀਐਂਟੇਸ਼ਨ ਦਾ ਸਾਨੂੰ ਇੱਕ ਬਟਨ ਮਿਲ ਜਾਂਦਾ ਹੈ। ਇੱਥੇ ਆਪਾਂ ਕਲਿੱਕ ਕਰਾਂਗੇ ਪੋਰਟਰੇਟ ਅਤੇ ਲੈਂਡਸਕੇਪ। ਜੇਕਰ ਹੁਣ ਅਸੀਂ ਲੈਂਡਸਕੇਪ ਤੇ ਕਲਿੱਕ ਕਰਾਂਗੇ ਤੇ ਤੁਸੀਂ ਦੇਖੋਗੇ ਕਿ ਪੇਜ ਦੀ ਚੌੜਾਈ ਜੋ ਹੈ ਉਹ ਵੱਧ ਗਈ ਹੈ ਤੇ ਲੰਬਾਈ ਜੋ ਹੈ ਉਹ ਘਟ ਗਈ ਹੈ। ਇਸੇ ਤਰੀਕੇ ਨਾਲ ਜੇਕਰ ਮੈਂ ਪੋਰਟਰੇਟ ਕਰ ਦਿੰਦਾ ਹਾਂ ਤੇ ਪੇਜ ਦੀ ਲੰਬਾਈ ਵੱਧ ਜਾਂਦੀ ਹੈ ਅਤੇ ਚੌੜਾਈ ਜੋ ਹੈ ਉਹ ਘਟ ਜਾਂਦੀ ਹੈ। ਅਸੀਂ ਲੋੜ ਦੇ ਅਨੁਸਾਰ ਓਰੀਐਂਟੇਸ਼ਨ ਨੂੰ ਚੇਂਜ ਕਰ ਸਕਦੇ ਹਾਂ। ਇਸੇ ਤਰੀਕੇ ਨਾਲ ਅਸੀਂ ਹੁਣ ਜੋ ਵੀ ਅਪਲਾਈ ਕਰ ਰਹੇ ਹਾਂ ਉਹ ਸਾਰੇ ਪੇਜਾਂ 'ਤੇ ਅਪਲਾਈ ਹੋ ਰਿਹਾ। ਜੇਕਰ ਮੈਂ ਚਾਹੁੰਦਾ ਹਾਂ ਕਿ ਇੱਕ ਪੇਜ ਦੀ ਓਰੀਐਂਟੇਸ਼ਨ ਜੋ ਹੈ ਪੋਰਟਰੇਟ ਰਵੇ ਤੇ ਦੂਸਰੇ ਦੀ ਲੈਂਡਸਕੇਪ ਹੋ ਜਾਵੇ, ਤੇ ਇਸ ਲਈ ਸਾਨੂੰ ਇੱਥੇ ਲਈ ਅਸੀਂ ਇਸ ਆਪਸ਼ਨ ਡਾਇਲੌਗ ਬਾਕਸ ਤੇ ਕਲਿੱਕ ਕਰਾਂਗੇ। ਪੇਜ ਸੈਟਅਪ ਆਪਸ਼ਨ ਡਾਇਲੌਗ ਬਾਕਸ ਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਇਹ ਪੇਜ ਸੈਟਅਪ ਦਾ ਇੱਕ ਬਾਕਸ ਖੁੱਲ ਜਾਏਗਾ, ਡਾਇਲੌਗ ਬਾਕਸ ਖੁੱਲ ਜਾਏਗਾ। ਹੁਣ ਇੱਥੋਂ ਅਸੀਂ ਲੈਂਡਸਕੇਪ ਜਾਂ ਪੋਰਟਰੇਟ ਜਿਸ ਤਰੀਕੇ ਨਾਲ ਅਸੀਂ ਇੱਥੋਂ ਮਾਰਜਨ ਚੇਂਜ ਕੀਤੇ ਸੀ ਉਸੇ ਤਰੀਕੇ ਨਾਲ ਅਸੀਂ ਇੱਥੋਂ ਓਰੀਐਂਟੇਸ਼ਨ ਨੂੰ ਵੀ ਚੇਂਜ ਕਰਕੇ ਓਕੇ ਕਰ ਸਕਦੇ ਹਾਂ। ਹੁਣ ਤੁਸੀਂ ਦੇਖੋਗੇ ਮੈਂ ਇੱਥੋਂ ਚੇਂਜ ਕੀਤਾ ਹੈ ਤਾਂ ਫਿਰ ਸਾਰਾ ਹੀ ਚੇਂਜ ਹੋ ਗਿਆ ਹੈ। ਤੇ ਅਸੀਂ ਫਿਰ ਦੁਬਾਰਾ ਓਰੀਐਂਟੇਸ਼ਨ ਉੱਥੇ ਪੇਜ ਸੈਟਅਪ ਤੇ ਜਾਵਾਂਗੇ। ਹੁਣ ਜਦੋਂ ਮੈਂ ਇੱਥੋਂ ਲੈਂਡਸਕੇਪ ਚੂਜ਼ ਕੀਤਾ, ਹੁਣ ਮੈਂ ਪਹਿਲਾਂ ਦੇਖੋ ਤੁਸੀਂ ਮੈਨੂੰ ਇਸ ਚੀਜ਼ ਨੂੰ ਧਿਆਨ ਦੇਣਾ ਕਿ ਮੈਂ ਇਸ ਟਾਈਮ ਪੇਜ ਨੰਬਰ 2 ਤੇ ਹਾਂ, ਪੇਜ ਨੰਬਰ 1 ਤੇ ਹਾਂ ਤੇ ਇੱਥੇ ਪੇਜ ਨੰਬਰ 2 ਤੇ। ਹੁਣ ਮੈਂ ਪੇਜ ਨੰਬਰ 2 ਤੇ ਕਲਿੱਕ ਕਰ ਦਿੱਤਾ। ਫਿਰ ਅਸੀਂ ਪੇਜ ਸੈਟਅਪ ਤੇ ਗਏ ਤੇ ਇੱਥੋਂ ਜਾ ਕੇ ਲੈਂਡਸਕੇਪ। ਹੁਣ ਲੈਂਡਸਕੇਪ ਤੇ ਕਲਿੱਕ ਕਰਨ ਤੋਂ ਬਾਅਦ 'ਚ ਤੁਸੀਂ ਧਿਆਨ ਦਿਓਗੇ ਹੋਲ ਡਾਕੂਮੈਂਟ। ਜੇ ਮੈਂ ਇੱਕ ਇੱਥੇ ਹੋਲ ਡਾਕੂਮੈਂਟ ਕਰਕੇ ਓਕੇ ਕਰ ਦਾਂਗਾ ਤੇ ਸਾਰੇ ਪੇਜ ਹੀ ਉਸ ਓਰੀਐਂਟੇਸ਼ਨ ਦੇ ਅਨੁਸਾਰ ਬਦਲ ਜਾਣਗੇ, ਪਰ ਮੈਂ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੁੰਦਾ ਤੇ ਮੈਂ ਇੱਥੋਂ ਦਿਸ ਪੁਆਇੰਟ ਫਾਰਵਰਡ ਕਰ ਦਿੱਤਾ। ਭਾਵ ਕਿ ਜਿਸ ਪੇਜ ਤੇ ਹਾਂ ਉਸ ਤੋਂ ਅਗਲੇ ਪੇਜਾਂ ਦੀ ਓਰੀਐਂਟੇਸ਼ਨ ਚੇਂਜ ਹੋ ਜਾਵੇ ਤੇ ਓਕੇ ਤੇ ਕਲਿੱਕ ਕਰ ਦਿੱਤਾ। ਹੁਣ ਤੁਸੀਂ ਦੇਖੋਗੇ ਜੋ ਪੇਜ ਨੰਬਰ 1 ਸੀ ਉਸ ਦੀ ਓਰੀਐਂਟੇਸ਼ਨ ਪੋਰਟਰੇਟ ਹੈ, ਅਗਲੇ ਦੀ ਪੋਰਟਰੇਟ ਹੈ ਤੇ ਉਸ ਤੋਂ ਅਗਲਾ ਜੋ ਸੀ ਉਸ ਦੀ ਲੈਂਡਸਕੇਪ ਅਪਲਾਈ ਹੋ ਚੁੱਕੀ ਹੈ। ਅਸੀਂ ਇਸ ਤਰੀਕੇ ਨਾਲ ਅਲੱਗ-ਅਲੱਗ ਓਰੀਐਂਟੇਸ਼ਨ ਅਪਲਾਈ ਕਰ ਸਕਦੇ ਹਾਂ। ਪੇਜ ਬ੍ਰੇਕਸ। ਜਦੋਂ ਅਸੀਂ ਇੱਕ ਪੇਜ ਦੇ ਅਖੀਰ ਤੇ ਪਹੁੰਚਦੇ ਹਾਂ ਤਾਂ ਵਰਡ ਆਪਣੇ ਆਪ ਇੱਕ ਪੇਜ ਬ੍ਰੇਕ ਇਨਸਰਟ ਕਰ ਦਿੰਦਾ ਹੈ। ਜੇ ਅਸੀਂ ਕਿਸੇ ਹੋਰ ਜਗ੍ਹਾ ਉੱਤੇ ਪੇਜ ਬ੍ਰੇਕ ਚਾਹੁੰਦੇ ਹਾਂ ਤੇ ਅਸੀਂ ਮੈਨੂਅਲ ਪੇਜ ਬ੍ਰੇਕ ਲਗਾ ਸਕਦੇ ਹਾਂ। ਹੁਣ ਅਸੀਂ ਆਪਣੇ ਵਰਡ ਡਾਕੂਮੈਂਟ ਵਿੱਚ ਜਾਵਾਂਗੇ ਤੇ ਤੁਸੀਂ ਜੀ ਇੱਥੇ ਧਿਆਨ ਨਾਲ ਦੇਖੋਗੇ ਆ ਇੱਕ ਪੇਜ ਅਸੀਂ ਟਾਈਪ ਕੀਤਾ, ਦੂਸਰਾ ਪੇਜ ਟਾਈਪ ਕੀਤਾ। ਹੁਣ ਇੱਥੇ ਨੈਕਸਟ ਪੇਜ, ਹੁਣ ਆਪਣੇ ਆਪ ਹੀ ਪੇਜ ਬ੍ਰੇਕ ਐਡ ਕਰ ਦਿੰਦਾ। ਹੁਣ ਤੁਸੀਂ ਦੇਖੋਗੇ ਇੱਥੇ ਮੈਂ ਨੀਚੇ ਨਹੀਂ ਜਾ ਸਕਦਾ ਕਿਉਂਕਿ ਉਸ ਤੋਂ ਬਾਅਦ ਪੇਜ ਖਤਮ ਹੋ ਚੁੱਕਾ ਹੋਇਆ। ਪਰ ਜੇਕਰ ਮੈਂ ਇੱਥੇ ਟਾਈਪ ਕੁਛ ਕਰਦਾ ਹਾਂ ਤੇ ਟਾਈਪ ਕਰਦੇ ਹੋਏ ਜਦੋਂ ਮੈਂ ਐਂਟਰ ਕਰਦਾ ਹਾਂ ਤੇ ਨੈਕਸਟ ਪੇਜ ਆਪਣੇ ਆਪ ਹੀ ਆ ਜਾਂਦਾ ਹੈ। ਠੀਕ ਹੈ, ਕਿ ਵਰਡ ਆਪਣੇ ਆਪ ਹੀ ਜਿੱਥੇ ਸਾਡਾ ਪੇਜ ਖਤਮ ਹੁੰਦਾ ਹੈ ਨੈਕਸਟ ਪੇਜ ਦਾ ਪੇਜ ਬ੍ਰੇਕ ਅਪਲਾਈ ਕਰ ਦਿੰਦਾ ਹੈ। ਪਰ ਜੇਕਰ ਅਸੀਂ ਫੋਰਸਫੁਲੀ ਕਿਤੇ ਪੇਜ ਬ੍ਰੇਕ ਲਗਾਉਣਾ ਚਾਹੁੰਦੇ ਹਾਂ ਤੇ ਉਸ ਵਾਸਤੇ ਅਸੀਂ ਫਿਰ ਲੇਆਊਟ ਵਿੱਚ ਜਾਵਾਂਗੇ। ਹੁਣ ਜੇਕਰ ਮੈਂ ਇੱਥੇ ਫਸਟ ਤੇ ਕਲਿੱਕ ਕੀਤਾ ਤੇ ਉਸ ਤੋਂ ਨੈਕਸਟ ਵਾਲਾ ਕੰਟੈਂਟ ਮੈਂ ਅਗਲੇ ਪੇਜ ਉੱਪਰ ਚਾਹੁੰਦਾ ਹਾਂ ਤੇ ਅਸੀਂ ਇੱਥੇ ਲੇਆਊਟ ਤੇ ਜਾਵਾਂਗੇ ਤੇ ਪੇਜ ਬ੍ਰੇਕ, ਇਹਦੇ ਵਿੱਚ ਜਾ ਕੇ ਪੇਜ ਬ੍ਰੇਕ ਤੇ ਅਸੀਂ ਕਲਿੱਕ ਕਰਾਂਗੇ। ਤੁਸੀਂ ਦੇਖੋਗੇ ਕਿ ਉਨਾ ਕੰਟੈਂਟ ਜੋ ਹੈ ਉਹ ਪਿਛਲੇ ਪੇਜ ਤੇ ਰਹਿ ਗਿਆ ਤੇ ਉਸ ਤੋਂ ਕਰਸਰ ਦੀ ਪੋਜੀਸ਼ਨ ਤੋਂ ਨੈਕਸਟ ਡਾਟਾ ਅਗਲੇ ਪੇਜ ਦੇ ਉੱਪਰ ਸ਼ਿਫਟ ਹੋ ਚੁੱਕਾ ਹੈ। ਅਸੀਂ ਇਸ ਅਨੁਸਾਰ ਅਲੱਗ-ਅਲੱਗ ਤਰ੍ਹਾਂ ਦੇ ਪੇਜ ਬ੍ਰੇਕ ਜਿੱਥੇ ਵੀ ਸਾਨੂੰ ਚਾਹੀਦਾ ਹੈ, ਜਿੱਦਾਂ ਹੁਣ ਮੈਂ ਇੱਥੇ ਕਲਿੱਕ ਕਰਕੇ ਫਿਰ ਲੇਆਊਟ ਤੇ ਗਿਆ ਤੇ ਇੱਥੇ ਪੇਜ ਬ੍ਰੇਕ ਤੋਂ ਜਾ ਕੇ ਪੇਜ ਦੇ ਉੱਪਰ ਕਲਿੱਕ ਕਰ ਦਿੱਤਾ ਤੇ ਉਸ ਤੋਂ ਬਾਅਦ ਵਾਲਾ ਸਾਰਾ ਕੰਟੈਂਟ ਨੈਕਸਟ ਪੇਜ ਉੱਪਰ ਸ਼ਿਫਟ ਆਪਣੇ ਆਪ ਹੀ ਹੋ ਜਾਂਦਾ ਹੈ। ਟੈਬ ਸਟਾਪਸ ਅਪਲਾਈ ਕਰਨਾ। ਟੈਬ ਸਟਾਪ ਬਣਾਉਣਾ ਉਦੋਂ ਸਹਾਇਕ ਹੋ ਜਾਂਦਾ ਹੈ ਜਦੋਂ ਬਹੁਤ ਸਾਰੇ ਡਾਕੂਮੈਂਟ ਤਿਆਰ ਕੀਤੇ ਜਾਣੇ ਹੋਣ, ਜਿਵੇਂ ਕਿ ਫਲਾਇਰਸ, ਸਮੱਗਰੀ ਦੀ ਸੂਚੀ, ਰਿਜ਼ਿਊਮ ਬਣਾਉਣੇ। ਇਹ ਸਾਨੂੰ ਸਹੀ ਢੰਗ ਨਾਲ ਜਾਣਕਾਰੀ ਦਰਸਾਉਣ ਵਿੱਚ ਲੜੀਬੱਧ ਕਰਨ ਵਿੱਚ ਮਦਦ ਕਰਦੇ ਹਨ। ਮੈਨੂਅਲ ਟੈਬ ਸਟਾਪ ਨੂੰ ਸੈੱਟ ਕਰਨਾ। ਟੈਬਸ, ਅਸੀਂ ਆਪਣੇ ਡਾਕੂਮੈਂਟ ਨੂੰ ਵਧੀਆ ਤਰੀਕੇ ਨਾਲ ਕੰਟੈਂਟ ਨੂੰ ਡਿਸਪਲੇ ਕਰਨ ਵਾਸਤੇ ਆਪਣੇ ਡਾਕੂਮੈਂਟ ਵਿੱਚ ਟੈਬਸ ਨੂੰ ਇਨਸਰਟ ਕਰ ਸਕਦੇ ਹਾਂ। ਜੇਕਰ ਤੁਸੀਂ ਇੱਥੇ ਧਿਆਨ ਨਾਲ ਦੇਖੋਗੇ ਤੇ ਇੱਕ ਇੱਥੇ ਵਾਈਟ ਕਲਰ ਦੀ ਜੋ ਬਾਰ ਦਿਖਾਈ ਦੇ ਰਹੀ ਹੈ ਇਸ ਨੂੰ ਰੂਲਰ ਕਿਹਾ ਜਾਂਦਾ ਹੈ। ਜਿੱਥੇ ਹੁਣ ਇਹ 1 ਇੰਚ 2 ਇੰਚ 3 ਇੰਚ 4 ਇੰਚ 5 ਇੰਚ ਇਹ ਅਲੱਗ-ਅਲੱਗ ਸਾਨੂੰ ਰੂਲਰ ਦੇ ਸਕੇਲ ਜਿਹੜੇ ਆ ਉਹ ਦਿਖਾਈ ਦੇ ਰਹੇ ਹਨ।
ਜੇਕਰ ਮੈਂ ਆਪਣੇ ਕੀਬੋਰਡ ਤੋਂ ਟੈਬ ਕੀ ਪ੍ਰੈਸ ਕਰਦਾ ਹਾਂ ਤੇ ਤੁਸੀਂ ਦੇਖੋਗੇ ਕਿ ਟੈਬ ਇੱਕ ਵਾਰੀ, ਦੋ ਵਾਰੀ ਟੈਬ, ਤਿੰਨ ਵਾਰੀ ਟੈਬ, ਚਾਰ ਵਾਰੀ, ਪੰਜ ਵਾਰੀ, 6 ਵਾਰੀ। ਵੀ ਜੇਕਰ ਮੈਂ ਤੀਸਰੇ ਪੁਆਇੰਟ ਤੇ ਜਾਣਾ ਹੈ ਤੇ ਮੈਨੂੰ 6 ਵਾਰੀ ਟੈਬ ਪ੍ਰੈਸ ਕਰਨਾ ਪੈਂਦਾ ਹੈ ਇਸ ਜਗ੍ਹਾ ਤੇ ਜਾਣ ਲਈ। ਪਰ ਜੇਕਰ ਮੈਂ ਕੋਈ ਕੰਟੈਂਟ ਜਿੱਦਾਂ ਕਿ ਇੱਕ ਰਿਜ਼ਲਟ ਸ਼ੀਟ ਬਣਾਉਣੀ ਹੋਵੇ ਤੇ ਉਹਦੇ ਵਿੱਚ ਮੈਂ ਅਲੱਗ-ਅਲੱਗ ਤਰ੍ਹਾਂ ਦਾ ਡਾਟਾ ਐਡ ਕਰਨਾ ਹੋਵੇ ਤੇ ਮੈਨੂੰ ਇੰਨੀ ਵਾਰੀ ਟੈਬ ਪ੍ਰੈਸ ਕਰਨੇ ਪੈਣਗੇ। ਮੈਂ ਇਸ ਟਾਈਮ ਨੂੰ ਘਟਾਉਣ ਵਾਸਤੇ ਆਪਣੇ ਡਾਕੂਮੈਂਟ ਵਿੱਚ ਟੈਬ ਸੈਟਿੰਗ ਅਪਲਾਈ ਕਰ ਸਕਦਾ ਹਾਂ। ਆਓ ਦੇਖਦੇ ਹਾਂ ਕਿਸ ਤਰੀਕੇ ਨਾਲ ਆਪਣੇ ਫਾਈਲ ਵਿੱਚ ਟੈਬ ਇਨਸਰਟ ਕਰਾਂਗੇ। ਹੁਣ ਤੁਸੀਂ ਦੇਖੋਗੇ ਰੂਲਰ ਦੇ ਉੱਪਰ ਜਿੱਥੇ ਸਾਨੂੰ ਟੈਬ ਚਾਹੀਦਾ ਹੈ, ਮੈਨੂੰ ਮੰਨ ਲਓ ਤੀਸਰੇ ਪੁਆਇੰਟ ਤੇ ਚਾਹੀਦਾ ਹੈ, ਮੈਂ ਉੱਥੇ ਕਲਿੱਕ ਕਰ ਦਿੱਤਾ ਤੇ ਇੱਥੇ ਇੱਕ ਤੁਸੀਂ ਦੇਖੋਗੇ ਬਲੈਕ ਕਲਰ ਦਾ ਇੱਕ ਪੁਆਇੰਟ ਲੱਗ ਗਿਆ ਹੈ। ਇਸ ਨੂੰ ਟੈਬ ਕਿਹਾ ਜਾਂਦਾ ਹੈ। ਹੁਣ ਅਸੀਂ ਫਿਰ ਮੰਨ ਲਓ ਮੈਨੂੰ 6ਵੇਂ ਨੰਬਰ ਤੇ ਇੱਕ ਟੈਬ ਚਾਹੀਦਾ ਹੈ ਤੇ ਮੈਂ ਉੱਥੇ ਕਲਿੱਕ ਕਰਾਂਗਾ ਤੇ ਉੱਥੇ ਵੀ ਇੱਕ ਟੈਬ ਅਪਲਾਈ ਹੋ ਚੁੱਕਾ ਹੈ। ਹੁਣ ਜੇਕਰ ਮੈਂ ਇੱਥੇ ਨੇਮ ਟਾਈਪ ਕੀਤਾ ਤੇ ਉਸ ਤੋਂ ਅੱਗੇ ਜਾਣ ਵਾਸਤੇ ਫਿਰ ਟੈਬ ਪ੍ਰੈਸ ਕੀਤਾ ਤੇ ਡਾਇਰੈਕਟਲੀ ਮੈਂ ਉਸ ਜਗ੍ਹਾ ਤੇ ਪਹੁੰਚ ਚੁੱਕਾ ਹੋਇਆ ਹਾਂ। ਫਿਰ ਟੈਬ ਪ੍ਰੈਸ ਕੀਤਾ ਤੇ 6 ਇੰਚ ਦੇ ਪੁਆਇੰਟ ਦੇ ਉੱਪਰ ਮੈਂ ਪਹੁੰਚ ਚੁੱਕਾ ਹਾਂ। ਇਸ ਤਰੀਕੇ ਨਾਲ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਟੈਬ ਜੋ ਹੈ ਉਹ ਅਪਲਾਈ ਕਰ ਸਕਦੇ ਹਾਂ। ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਟੈਬ ਜੋ ਹੈ ਉਹ ਆਪਣੇ ਡਾਕੂਮੈਂਟ ਵਿੱਚ ਇਨਸਰਟ ਕਰ ਸਕਦੇ ਹਾਂ। ਸਾਡੇ ਕੋਲ ਟੈਬਸ ਡਾਇਲੌਗ ਬਾਕਸ ਹੋ ਜਾਂਦਾ ਹੈ। ਇੱਥੇ ਲੈਫਟ, ਸੈਂਟਰ, ਰਾਈਟ, ਡੈਸੀਮਲ ਬਾਰ, ਇਹ ਅਲੱਗ-ਅਲੱਗ ਤਰ੍ਹਾਂ ਦੇ ਟੈਬ ਦਿਖਾਈ ਦੇ ਰਹੇ ਹਨ। ਜਿੱਦਾਂ ਕਿ ਹੁਣ ਤੁਸੀਂ ਦੇਖੋਗੇ ਇੱਥੇ 3 ਇੰਚ ਤੇ 6 ਇੰਚ ਤੇ 2 ਟੈਬ ਅਸੀਂ ਪਹਿਲਾਂ ਹੀ ਲਗਾ ਚੁੱਕੇ ਹਾਂ। ਜੇਕਰ ਮੈਂ ਇਹਨਾਂ ਨੂੰ ਹਟਾਉਣਾ ਚਾਹੁੰਦਾ ਹਾਂ ਤੇ ਮੈਂ ਇਹਦੇ ਵਿੱਚੋਂ ਕੋਈ ਵੀ ਸਿਲੈਕਟ ਕਰਕੇ ਕਲੀਅਰ ਤੇ ਕਲਿੱਕ ਕਰ ਸਕਦਾ ਹਾਂ ਤੇ ਓਕੇ ਕਰਾਂਗੇ ਤੇ ਤੁਸੀਂ ਦੇਖੋਗੇ ਉਹ ਹਟ ਚੁੱਕਾ ਹੈ। ਅਸੀਂ ਫਿਰ ਟੈਬ ਤੇ ਜਾਵਾਂਗੇ, ਆਪਸ਼ਨ ਡਾਇਲੌਗ ਬਾਕਸ ਤੇ ਜਾਵਾਂਗੇ, ਫਿਰ ਟੈਬ ਤੇ ਜਾਵਾਂਗੇ ਤੇ ਇੱਥੋਂ ਜਾ ਕੇ ਜੇ ਕਲੀਅਰ ਆਲ ਕਰ ਦਾਂਗੇ ਸਾਰੇ ਹੀ ਕਲੀਅਰ ਹੋ ਜਾਣਗੇ। ਹੁਣ ਇੱਥੇ ਕੋਈ ਵੀ ਟੈਬ ਅਪਲਾਈ ਨਹੀਂ ਹੈ। ਹੁਣ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਟੈਬ ਨੂੰ ਅਪਲਾਈ ਕਰਕੇ ਦੇਖਾਂਗੇ। ਅਸੀਂ ਇਸੇ ਡਾਇਰੈਕਟਲੀ ਇੱਥੇ ਕਲਿੱਕ ਕਰਕੇ ਵੀ ਲਗਾ ਸਕਦੇ ਹਾਂ ਜਾਂ ਅਸੀਂ ਇੱਥੇ ਪੈਰਾਗ੍ਰਾਫ ਤੇ ਜਾਵਾਂਗੇ, ਫਿਰ ਟੈਬਸ ਤੇ ਜਾਵਾਂਗੇ, ਫਿਰ ਇੱਥੇ ਹੁਣ ਜਿੱਥੇ ਲੈਫਟ ਟੈਬ ਹੈ ਅਸੀਂ ਇੱਥੋਂ ਹੁਣ ਪਹਿਲਾ ਜੋ ਹੈ ਉਹ 2 ਇੰਚ ਤੇ ਲਗਾ ਦਿੱਤਾ, 2 ਇੰਚ ਲੈਫਟ ਸਿਲੈਕਟ ਕਰਕੇ ਸੈੱਟ ਤੇ ਕਲਿੱਕ ਕਰ ਦਿੱਤਾ, ਓਕੇ। ਤੇ ਤੁਸੀਂ ਦੇਖੋਗੇ ਇੱਥੇ ਸਾਡੇ ਕੋਲ ਇੱਕ ਟੈਬ ਅਪਲਾਈ ਹੋ ਚੁੱਕਾ ਹੈ। ਫਿਰ ਦੁਬਾਰਾ ਅਸੀਂ ਇੱਥੇ ਜਾਵਾਂਗੇ ਟੈਬ, ਹੁਣ ਅਸੀਂ ਇੱਥੇ 4 ਇੰਚ ਤੇ ਸੈਂਟਰ ਵਾਲੇ ਪੁਆਇੰਟ ਤੇ ਕਲਿੱਕ ਕਰਕੇ ਸੈੱਟ ਤੇ ਕਲਿੱਕ ਕਰ ਦਿੱਤਾ। ਇੱਕ ਹੁਣ ਸੈਂਟਰ ਵਾਸਤੇ ਲੱਗ ਜਾਏਗਾ। ਇਸ ਤਰੀਕੇ ਨਾਲ ਰਾਈਟ ਵਾਸਤੇ ਮੈਂ 7 ਇੰਚ ਤੇ ਰਾਈਟ ਵਾਲਾ ਇੱਕ ਸੈੱਟ ਕਰ ਦਿੱਤਾ ਹੈ। ਫਿਰ ਇੱਕ ਡੈਸੀਮਲ ਪੁਆਇੰਟ ਵਾਸਤੇ 7 ਅਸੀਂ 8 ਇੰਚ ਤੇ ਡੈਸੀਮਲ ਪੁਆਇੰਟ ਵਾਸਤੇ ਅਸੀਂ ਛੱਡ ਦਿੱਤਾ ਹੈ ਤੇ ਸੈੱਟ। ਹੁਣ ਅਸੀਂ 4 ਟੈਬ ਅਪਲਾਈ ਕਰ ਚੁੱਕੇ ਹਾਂ। ਪਹਿਲਾ ਲੈਫਟ, ਦੂਸਰਾ ਸੈਂਟਰ, ਤੀਸਰਾ ਰਾਈਟ ਤੇ ਫਿਰ ਡੈਸੀਮਲ, ਓਕੇ ਤੇ ਕਲਿੱਕ ਕਰਾਂਗੇ। ਤੁਸੀਂ ਧਿਆਨ ਨਾਲ ਦੇਖੋਗੇ ਆ ਇੱਕ ਲੈਫਟ ਟੈਬ ਹੈ, ਇਹਦੀ ਪੋਜੀਸ਼ਨ ਦੇਖੋਗੇ ਤੁਸੀਂ ਸੈਂਟਰ ਹੈ ਤੇ ਇਹਦੀ ਰਾਈਟ ਹੈ ਤੇ ਇਹ ਬਾਰ ਵਾਸਤੇ ਬਾਰ ਟੈਬ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋਗੇ ਤੇ ਅਸੀਂ ਟੈਬ ਕਰਾਂਗੇ ਤੇ ਹੁਣ ਇੱਥੇ ਲੈਫਟ ਅਲਾਈਨਮੈਂਟ ਵਿੱਚ ਜੋ ਲਿਖਾਂਗੇ ਉਹ ਲੈਫਟ ਸਾਈਡ ਤੋਂ ਅੱਗੇ ਜਾਏਗਾ। ਹੈਵ ਏ ਨਾਈਸ। ਹੁਣ ਅਸੀਂ ਅਗਲੇ ਟੈਬ ਤੇ ਕਲਿੱਕ ਕੀਤਾ, ਹੁਣ ਉਹ ਸੈਂਟਰ ਪੋਜੀਸ਼ਨ 'ਚ ਆ ਰਹੀ ਹੈ। ਹੁਣ ਤੁਸੀਂ ਦੇਖੋਗੇ ਇਹ ਹੁਣ ਪੇਜ ਦੇ ਸੈਂਟਰ ਵਿੱਚ ਤੁਸੀਂ ਦੇਖੋਗੇ ਆ ਟੈਬ ਦੇ ਸੈਂਟਰ ਵਿੱਚ ਲਿਖਿਆ ਜਾ ਰਿਹਾ ਹੈ। ਇੱਥੇ ਟੈਬ ਦੇ ਲੈਫਟ ਸਾਈਡ ਤੇ ਲਿਖਿਆ ਜਾ ਰਿਹਾ ਹੈ, ਇੱਥੇ ਟੈਬ ਦੇ ਸੈਂਟਰ ਦੇ ਵਿੱਚ ਲਿਖਿਆ ਜਾ ਰਿਹਾ ਹੈ। ਹੁਣ ਇੱਥੇ ਜਾਵਾਂਗੇ, ਫਿਰ ਮੈਂ ਉਹੀ ਲਾਈਨ ਟਾਈਪ ਕਰਾਂਗਾ। ਹੁਣ ਤੁਸੀਂ ਦੇਖੋਗੇ ਟੈਬ ਦੇ ਰਾਈਟ ਸਾਈਡ ਤੇ ਲਿਖਿਆ ਜਾ ਰਿਹਾ ਹੈ ਕਿ ਅਲਾਈਨਮੈਂਟ ਜੋ ਹੈ ਇੱਥੇ ਲੈਫਟ ਚੱਲ ਰਹੀ ਹੈ, ਇੱਥੇ ਸੈਂਟਰ ਚੱਲ ਰਹੀ ਹੈ, ਇੱਥੇ ਰਾਈਟ ਚੱਲ ਰਹੀ ਹੈ। ਇਸ ਤਰੀਕੇ ਨਾਲ ਹੁਣ ਅਸੀਂ ਇੱਥੇ ਟਾਈਪ ਕਰਦੇ ਹਾਂ। ਹੁਣ ਇਹ ਡੈਸੀਮਲ ਪੁਆਇੰਟ ਪਾਉਣ ਵਾਸਤੇ ਅਸੀਂ ਬਾਰ ਦੀ ਯੂਜ਼ ਕਰਦੇ ਹਾਂ। ਹੁਣ ਆਪਾਂ ਦੁਬਾਰਾ ਫਿਰ ਇੱਥੇ ਇੱਕ ਨੈਕਸਟ ਲਾਈਨ ਵਿੱਚ ਟਾਈਪ ਕਰਕੇ ਦੇਖਦੇ ਹਾਂ। ਆ ਦੇਖੋ ਲੈਫਟ ਚੱਲ ਰਿਹਾ ਹੈ, ਇਹ ਸੈਂਟਰ ਚੱਲ ਰਿਹਾ ਹੈ, ਇਹ ਰਾਈਟ, ਠੀਕ, ਤੇ ਇਹ ਪੁਆਇੰਟਾਂ ਵਾਸਤੇ ਅਸੀਂ ਯੂਜ਼ ਕਰਦੇ ਹਾਂ। ਇਸ ਤਰੀਕੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਟੈਬ ਜੋ ਹੈ ਉਹ ਆਪਣੀ ਫਾਈਲ ਵਿੱਚ ਇਨਸਰਟ ਕੀਤੇ ਜਾ ਸਕਦੇ ਹਨ। ਅਸੀਂ ਪੈਰਾਗ੍ਰਾਫ ਤੋਂ ਜਾ ਕੇ ਜਦੋਂ ਟੈਬਸ ਤੇ ਜਾਵਾਂਗੇ ਤੇ ਇੱਥੋਂ ਕਲੀਅਰ ਜਾਂ ਕਲੀਅਰ ਆਲ, ਜਿਸ ਤਰੀਕੇ ਨਾਲ ਮੈਂ ਕਲੀਅਰ ਆਲ ਕਰਕੇ ਓਕੇ ਕਰ ਦਿੱਤਾ, ਦੇਖੋ ਇਹ ਸਾਰੇ ਟੈਬ ਆਪਣੇ ਆਪ ਹੀ ਕਲੀਅਰ ਹੋ ਚੁੱਕੇ ਹਨ। MS ਵਰਡ ਵਿੱਚ ਸਪੈਲ ਚੈੱਕ ਆਪਸ਼ਨ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਜਿਵੇਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ, ਲਾਲ ਲਾਈਨਾਂ ਉਸ ਦੇ ਹੇਠਾਂ ਆ ਜਾਂਦੀਆਂ ਹਨ ਜਿਸ ਸ਼ਬਦ ਦੇ ਸਪੈਲਿੰਗ ਗਲਤ ਹਨ। ਇਹ ਗਲਤੀਆਂ ਨੂੰ ਠੀਕ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ। ਤੇ ਤੁਸੀਂ ਦੇਖੋਗੇ ਇਹਦੇ ਵਿੱਚ ਜੇਕਰ ਅਸੀਂ ਕਿਸੇ ਸਪੈਲਿੰਗ ਦੇ ਗਲਤ, ਹੁਣ ਡਿਵੈਲਪਿੰਗ ਆ
ਇਸ ਦੇ ਸਪੈਲਿੰਗ ਜੇਕਰ ਗਲਤ ਹੋ ਜਾਂਦੇ ਹਨ ਤੇ ਇਹਦੇ ਨੀਚੇ ਰੈੱਡ ਲਾਈਨ ਆ ਜਾਂਦੀ ਹੈ। ਜੋ ਵੀ ਸਪੈਲਿੰਗ ਅਸੀਂ ਗਲਤ ਲਿਖਿਆ ਹੋਵੇਗਾ ਉਸ ਦੇ ਸਪੈਲਿੰਗ ਦੇ ਨੀਚੇ ਆਪਣੇ ਆਪ ਹੀ ਰੈੱਡ ਲਾਈਨ ਦਿਖਾਈ ਦਿੰਦੀ ਹੈ, ਜੋ ਕਿ ਇੰਡੀਕੇਟ ਕਰਦੀ ਹੈ ਕਿ ਇਹਦੇ ਸਪੈਲਿੰਗ ਗਲਤ ਹਨ। ਜਦ ਕਿ ਦੂਸਰੀ ਤਰਫ ਜਿੱਦਾਂ ਹੁਣ ਅਸੀਂ ਇੱਥੇ ਇਸ ਵਰਡ ਦੇ ਨਾਲ ਕੋਮਾ ਪਾਇਆ ਹੈ ਤੇ ਉਸ ਤੋਂ ਬਾਅਦ 'ਚ ਅਸੀਂ ਸਪੇਸ ਦੇ ਦਿੱਤੀ ਤੇ ਉਹਦੇ ਨਾਲ ਇੱਕ ਗ੍ਰੀਨ ਲਾਈਨ ਦਿਖਾਈ ਦੇ ਰਹੀ ਹੈ, ਬਲੂ ਲਾਈਨ ਦਿਖਾਈ ਦੇ ਰਹੀ ਹੈ। ਇਸ ਬਲੂ ਲਾਈਨ ਦੇ ਕਾਰਨ ਅਸੀਂ ਜਾਣ ਸਕਦੇ ਹਾਂ ਕਿ ਇਹ ਇੱਕ ਗ੍ਰਾਮੈਟੀਕਲ ਗਲਤੀ ਹੈ, ਇਹ ਇੱਕ ਸਪੈਲਿੰਗ ਦੀ ਮਿਸਟੇਕ ਹੈ ਤੇ ਇਹ ਇੱਕ ਗ੍ਰਾਮੈਟੀਕਲ ਗਲਤੀ ਹੈ। ਜੇਕਰ ਅਸੀਂ ਇਹਨਾਂ ਗਲਤੀਆਂ ਨੂੰ ਠੀਕ ਕਰਨਾ ਚਾਹੁੰਦੇ ਹਾਂ ਤੇ ਉਹਦੇ ਦੋ ਤਰੀਕੇ ਹਨ। ਪਹਿਲਾ ਤਰੀਕਾ, ਜੇਕਰ ਜਿਹੜਾ ਵੀ ਕੋਈ ਸਪੈਲਿੰਗ ਗਲਤ ਹੈ ਉਸ ਦੇ ਉੱਪਰ ਅਸੀਂ ਆਪਣਾ ਕਰਸਰ ਲੈ ਕੇ ਜਾਵਾਂਗੇ ਤੇ ਮਾਊਸ ਦਾ ਰਾਈਟ ਬਟਨ ਕਲਿੱਕ ਕਰਾਂਗੇ। ਜਦੋਂ ਅਸੀਂ ਮਾਊਸ ਦਾ ਰਾਈਟ ਬਟਨ ਕਲਿੱਕ ਕਰਾਂਗੇ ਤੇ ਇੱਕ ਸਬ ਮੈਨੂ ਸ਼ੁਰੂ ਹੋ ਜਾਏਗਾ ਜਿਸ ਦੇ ਵਿੱਚ ਉਹਦੇ ਸਹੀ ਸਪੈਲਿੰਗ ਦਿਖਾਈ ਦੇਣਗੇ। ਅਸੀਂ ਉੱਤੇ ਲੈਫਟ ਕਲਿੱਕ ਕਰਕੇ ਉਹਦੇ ਸਪੈਲਿੰਗ ਨੂੰ ਠੀਕ ਕਰ ਸਕਦੇ ਹਾਂ। ਜਿਸ ਤਰ੍ਹਾਂ ਆਹ ਵਰਡ ਗਲਤ ਹੈ, ਅਸੀਂ ਇਸ ਦੇ ਉੱਪਰ ਮਾਊਸ ਦਾ ਸੱਜਾ ਬਟਨ ਪ੍ਰੈਸ ਕਰਾਂਗੇ ਤੇ ਉਹਦੇ ਵਿੱਚ ਇੱਕ ਸਬ ਮੈਨੂ ਦੇ ਵਿੱਚ ਉਹਦੇ ਨਾਲ ਰਿਲੇਟਡ ਅਲੱਗ-ਅਲੱਗ ਆਪਸ਼ਨ ਜਾਂ ਉਹਨਾਂ ਦੇ ਸਪੈਲਿੰਗ ਜਿਹੜੇ ਆ ਸਹੀ ਸਪੈਲਿੰਗ ਜੋ ਦਿਖਾ ਰਿਹਾ ਹੈ, ਅਸੀਂ ਉਹਦੇ ਉੱਪਰ ਕਲਿੱਕ ਕਰਕੇ ਉਹਨਾਂ ਨੂੰ ਠੀਕ ਕਰ ਸਕਦੇ ਹਾਂ। ਦੂਸਰੀ ਤਰਫ ਇਸ ਦਾ ਇੱਕ ਦੂਸਰਾ ਤਰੀਕਾ ਹੈ। ਉਸ ਲਈ ਅਸੀਂ MS ਵਰਡ ਦੇ ਵਿੱਚ ਟੈਬ ਦੇ ਉੱਪਰ ਰਿਵਿਊ ਟੈਬ ਦੇ ਉੱਪਰ ਕਲਿੱਕ ਕਰਾਂਗੇ। ਰਿਵਿਊ ਟੈਬ 'ਤੇ ਕਲਿੱਕ ਕਰਨ ਤੋਂ ਬਾਅਦ 'ਚ ਸਾਡੇ ਕੋਲ ਇੱਥੇ ਸਪੈਲਿੰਗ ਐਂਡ ਗ੍ਰਾਮਰ ਚੈੱਕ ਦੀ ਆਪਸ਼ਨ ਆਵੇਗੀ, ਇਸ ਦੇ ਉੱਪਰ ਅਸੀਂ ਕਲਿੱਕ ਕਰਾਂਗੇ। ਜਦੋਂ ਅਸੀਂ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਇੱਕ ਡੌਕਰ ਖੁੱਲ੍ਹ ਜਾਂਦਾ ਹੈ। ਇਸ ਡੌਕਰ ਦੇ ਵਿੱਚ ਅਸੀਂ ਧਿਆਨ ਨਾਲ ਦੇਖਾਂਗੇ ਕਿ ਸਾਡੇ ਕੋਲ ਇੱਕ ਸਪੈਲਿੰਗ ਜੋ ਗਲਤ ਲਿਖੇ ਸੀ ਉਹਦੀ ਜੋ ਸਹੀ ਸਪੈਲਿੰਗ ਹਨ ਉਹ ਇੱਥੇ ਦਿਖਾਈ ਦੇ ਰਹੇ ਹਨ। ਅਸੀਂ ਇੱਥੇ ਚੇਂਜ 'ਤੇ ਕਲਿੱਕ ਕਰਕੇ ਉਸ ਨੂੰ ਠੀਕ ਕਰ ਸਕਦੇ ਹਾਂ। ਹੁਣ ਇੱਥੇ ਜਿੱਦਾਂ ਅਸੀਂ ਇੱਕ ਗ੍ਰਾਮੈਟੀਕਲ ਗਲਤੀ ਸੀਗੀ ਤਾਂ ਉਹ ਵੀ ਇੱਥੇ ਦਿਖਾ ਰਿਹਾ ਹੈ ਕਿ ਇੱਥੇ ਕੋਮਾ ਉਸ ਦੇ ਨਾਲ ਹੀ ਆਏਗਾ ਤੇ ਅਸੀਂ ਇਹਨੂੰ ਚੇਂਜ ਕਰਕੇ ਠੀਕ ਕਰ ਸਕਦੇ ਹਾਂ। ਹੁਣ ਮਿੰਟਸ ਦੇ ਵਿੱਚ ਉਹ ਨਾਲ ਕਹਿੰਦਾ ਹੈ ਕਿ ਇੱਥੇ ਕੋਮਾ ਪੈਣਾ ਚਾਹੀਦਾ ਹੈ, ਅਸੀਂ ਇਹਦੇ ਚੇਂਜ 'ਤੇ ਕਲਿੱਕ ਕਰਕੇ ਉਸ ਨੂੰ ਠੀਕ ਕਰ ਸਕਦੇ ਹਾਂ। ਹੁਣ ਇਹ ਇੱਕ ਵਰਡ ਨਾਮ ਹੈ ਜਿਹਦੇ ਨੀਚੇ ਰੈੱਡ ਲਾਈਨ ਆ ਰਹੀ ਹੈ, ਇਹਦਾ ਟਾਈਪਿੰਗ ਕੈਟ। ਇਹ ਹੁਣ ਸਾਰਾ ਇਕੱਠਾ ਲਿਖਿਆ ਹੈ, ਉਹਦਾ ਕੋਈ ਵੀ ਕੋਸਟੇਸ਼ਨ ਨਹੀਂ ਹੈ। ਅਸੀਂ ਇਸ ਨੂੰ ਇਸ ਤਰੀਕੇ ਨਾਲ ਹੀ ਰੱਖਣਾ ਚਾਹੁੰਦੇ ਹਾਂ ਤੇ ਇਹਨੂੰ ਇਗਨੋਰ ਕਰ ਸਕਦੇ ਹਾਂ, ਉਸੇ ਤਰੀਕੇ ਨਾਲ ਹੀ ਲਿਖਿਆ ਆ ਜਾਏਗਾ। ਉਸ ਤੋਂ ਬਾਅਦ ਸਾਨੂੰ ਇੱਕ ਮੈਸੇਜ ਦੇ ਰਿਹਾ ਹੈ ਕਿ ਇਹਦੇ ਵਿੱਚ ਹੁਣ ਕੋਈ ਵੀ ਗਲਤੀ ਨਹੀਂ ਹੈ। ਅਸੀਂ ਓਕੇ 'ਤੇ ਕਲਿੱਕ ਕਰਕੇ ਇਹਨੂੰ ਠੀਕ ਕਰ ਸਕਦੇ ਹਾਂ। ਪ੍ਰਿੰਟ ਪ੍ਰੀਵਿਊ, ਜਦੋਂ ਅਸੀਂ ਪ੍ਰਿੰਟ ਟੈਬ 'ਤੇ ਕਲਿੱਕ ਕਰਦੇ ਹਾਂ ਅਤੇ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ। ਜਦੋਂ ਅਸੀਂ ਪ੍ਰਿੰਟ ਸੰਬੰਧੀ ਸੈਟਿੰਗ ਵਿੱਚ ਬਦਲਾਵ ਕਰਾਂਗੇ ਤਾਂ ਪ੍ਰੀਵਿਊ ਆਪਣੇ ਆਪ ਹੋ ਜਾਂਦਾ ਹੈ। ਆਪਣੇ ਤਿਆਰ ਕੀਤੇ ਡਾਕੂਮੈਂਟ ਦਾ ਪ੍ਰਿੰਟ ਪ੍ਰੀਵਿਊ ਦੇਖਣ ਲਈ ਹੇਠ ਲਿਖੇ ਕਦਮ ਅਪਣਾਓ। ਅਸੀਂ 2 ਪੇਜ ਦਾ ਡਾਟਾ ਆਪਣੀ ਫਾਈਲ ਵਿੱਚ ਟਾਈਪ ਕਰ ਲਿਆ ਹੈ। ਜੇਕਰ ਹੁਣ ਮੈਂ ਇਸ ਨੂੰ ਪ੍ਰਿੰਟ ਕਰਨਾ ਚਾਹੁੰਦਾ ਹਾਂ ਤੇ ਪ੍ਰਿੰਟ ਕਰਨ ਲਈ ਅਸੀਂ ਇੱਥੇ ਫਾਈਲ 'ਤੇ ਜਾਵਾਂਗੇ ਤੇ ਇੱਥੇ ਪ੍ਰਿੰਟ 'ਤੇ ਕਲਿੱਕ ਕਰਾਂਗੇ। ਹੁਣ ਜਦੋਂ ਅਸੀਂ ਪ੍ਰਿੰਟ 'ਤੇ ਜਾ ਰਹੇ ਹਾਂ ਤੇ ਆ ਸਾਨੂੰ ਇੱਕ ਬਾਕਸ ਦਿਖਾਈ ਦਿੰਦਾ ਹੈ ਜਿਸ ਨੂੰ ਪ੍ਰਿੰਟ ਪ੍ਰੀਵਿਊ ਕਿਹਾ ਜਾਂਦਾ ਹੈ। ਪ੍ਰਿੰਟ ਪ੍ਰੀਵਿਊ ਤੋਂ ਭਾਵ ਹੈ ਕਿ ਜਦੋਂ ਅਸੀਂ ਪ੍ਰਿੰਟ ਕਰ ਰਹੇ ਹਾਂ ਤੇ ਪ੍ਰਿੰਟ ਕਰਨ ਤੋਂ ਪਹਿਲਾਂ ਉਸ ਪੂਰੇ ਡਾਕੂਮੈਂਟ ਨੂੰ ਚੈੱਕ ਕਰਨਾ ਕਿ ਉਹ ਪੇਜ ਉੱਪਰ ਕਿਸ ਤਰੀਕੇ ਨਾਲ ਦਿਖਾਈ ਦੇਵੇਗਾ। ਹੁਣ ਅਸੀਂ ਜੇ ਨੂੰ ਧਿਆਨ ਨਾਲ ਦੇਖਾਂਗੇ ਜਾਂ ਇੱਕ ਪੇਜ ਦਾ ਡਾਟਾ ਸਾਨੂੰ ਡਿਸਪਲੇ ਹੋ ਰਿਹਾ ਹੈ, ਅਸੀਂ 2 'ਤੇ ਕਲਿੱਕ ਕਰਾਂਗੇ ਤੇ ਦੂਸਰੇ ਪੇਜ ਦਾ ਡਾਟਾ ਦਿਖਾਈ ਦੇ ਰਿਹਾ ਹੈ। ਦੂਸਰੇ ਪੇਜ ਦਾ ਅੱਧਾ ਪੇਜ ਜੋ ਪ੍ਰਿੰਟ ਕਰਾਂਗੇ ਤਾਂ ਖਾਲੀ ਆਏਗਾ ਤੇ ਉੱਪਰਲੇ ਏਰੀਆ ਦੇ ਵਿੱਚ ਟੈਕਸਟ ਲਿਖਿਆ ਆਵੇਗਾ, ਜਦ ਕਿ ਪਹਿਲਾ ਪੇਜ ਪੂਰਾ ਹੀ ਟੈਕਸਟ ਦੇ ਨਾਲ ਭਰਿਆ ਆਵੇਗਾ। ਅਸੀਂ ਇਹ ਪ੍ਰਿੰਟ ਕਰਨ ਤੋਂ ਪਹਿਲਾਂ ਹੀ ਚੈੱਕ ਕਰ ਸਕਦੇ ਹਾਂ। ਪ੍ਰਿੰਟ ਪ੍ਰੀਵਿਊ ਤੋਂ ਭਾਵ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਚੈੱਕ ਕਰਨਾ ਕਿ ਉਹ ਪੇਜ 'ਤੇ ਕਿਸ ਤਰੀਕੇ ਨਾਲ ਦਿਖਾਈ ਦਿੰਦਾ ਹੈ। ਜਿੱਦਾਂ ਅਸੀਂ ਇਸ ਦੀ ਪੇਜ ਦੀਆਂ ਸੈਟਿੰਗ ਚੇਂਜ ਕਰਾਂਗੇ, ਜਿੱਦਾਂ ਕਿ ਅਸੀਂ ਇੱਥੋਂ ਜਾ ਕੇ ਇਸ ਦੇ ਮਾਰਜਨ ਜੇ ਐਡਜਸਟ ਕਰਦੇ ਹਾਂ, ਜਿਸ ਤਰੀਕੇ ਨਾਲ ਅਸੀਂ ਹੁਣ ਇਸ ਦੇ ਮਾਰਜਨ ਜੋ ਹੈ ਵਾਈਡ ਕਰ ਦਿੱਤੇ ਤੇ ਇੱਥੇ ਤੁਸੀਂ ਦੇਖੋਗੇ ਇਹਦਾ ਪ੍ਰਿੰਟ ਦਾ ਪ੍ਰੀਵਿਊ ਜੋ ਹੈ ਉਹ ਬਦਲ ਗਿਆ। ਹੁਣ ਸਾਈਡਾਂ 'ਤੇ ਮਾਰਜਨ ਜ਼ਿਆਦਾ ਆ ਗਏ ਹਨ ਅਤੇ ਟੈਕਸਟ ਜੋ ਹੈ ਉਹ ਘੱਟ ਦਿਖਾਈ ਦੇ ਰਿਹਾ ਹੈ। ਹੁਣ ਅਸੀਂ ਦੇਖਾਂਗੇ ਸਾਡੇ ਕੋਲ ਪਹਿਲਾਂ 2 ਪੇਜ ਸੀ, ਹੁਣ ਉਹ 3 ਪੇਜ 'ਤੇ ਡਾਟਾ ਆਏਗਾ। ਨੈਕਸਟ ਜੋ ਡਾਟਾ ਹੈ ਉਹ ਤੀਸਰੇ ਪੇਜ 'ਤੇ 2 ਲਾਈਨਾਂ ਜਾ ਚੁੱਕੀਆਂ ਹਨ। ਅਸੀਂ ਇਸ ਤਰੀਕੇ ਨਾਲ ਪ੍ਰਿੰਟ ਪ੍ਰੀਵਿਊ ਦੀ ਵਰਤੋਂ ਕਰਕੇ ਪ੍ਰਿੰਟ ਕਰਨ ਤੋਂ ਪਹਿਲਾਂ ਉਸ ਸਾਰੇ ਪੇਜ ਨੂੰ ਚੈੱਕ ਕਰ ਸਕਦੇ ਹਾਂ ਕਿ ਉਹ ਪੇਜ 'ਤੇ ਕਿਸ ਤਰੀਕੇ ਨਾਲ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਅਸੀਂ ਜੇਕਰ ਇਸ ਡਾਕੂਮੈਂਟ ਨੂੰ ਪ੍ਰਿੰਟ ਕਰਨਾ ਚਾਹੁੰਦੇ ਹਾਂ ਤੇ ਉਸ ਦੀ ਆਪਸ਼ਨ ਵੀ ਇਸ ਪ੍ਰਿੰਟ ਬਾਕਸ ਦੇ ਵਿੱਚ ਹੀ ਹੈ। ਅਸੀਂ ਇੱਥੇ ਫਾਈਲ ਟੈਬ 'ਤੇ ਕਲਿੱਕ ਕਰਦੇ ਹਾਂ। ਫਾਈਲ ਟੈਬ 'ਤੇ ਕਲਿੱਕ ਕਰਨ ਤੋਂ ਬਾਅਦ ਪ੍ਰਿੰਟ 'ਤੇ ਜਾਵਾਂਗੇ। ਪ੍ਰਿੰਟ 'ਤੇ ਜਾਣ ਤੋਂ ਬਾਅਦ ਵਿੱਚ
ਇਹ ਜੋ ਪ੍ਰਿੰਟ ਪ੍ਰੀਵਿਊ ਅਸੀਂ ਦੇਖ ਰਹੇ ਹਾਂ ਇਸ ਦੇ ਨਾਲ ਆ ਸਾਰੀਆਂ ਪ੍ਰਿੰਟ ਦੀਆਂ ਆਪਸ਼ਨ ਦੇਖੀਆਂ ਜਾ ਸਕਦੀਆਂ ਹਨ। ਜਿੱਦਾਂ ਕਿ ਆਲ ਪੇजेस, ਜੇਕਰ ਮੈਂ ਇਸ ਦੇ 3 ਪੇਜ ਪ੍ਰਿੰਟ ਕਰਨਾ ਚਾਹੁੰਦਾ ਹਾਂ ਤਾਂ ਅਸੀਂ ਇੱਥੇ ਆਲ ਪੇजेस ਤੇ ਕਲਿੱਕ ਕਰਕੇ ਇੱਥੇ ਪ੍ਰਿੰਟ ਤੇ ਕਲਿੱਕ ਕਰ ਦੇਵਾਂਗੇ ਤੇ ਜੋ ਵੀ ਪ੍ਰਿੰਟਰ ਇਸ ਟਾਈਮ ਇਸ ਕੰਪਿਊਟਰ ਦੇ ਨਾਲ ਅਟੈਚ ਹੈ ਉਸ ਦੇ ਵਿੱਚੋਂ ਇਹ ਤਿੰਨੇ ਪੇਜ ਪ੍ਰਿੰਟ ਆਪਣੇ ਆਪ ਹੀ ਨਿਕਲ ਜਾਣਗੇ। ਜੇਕਰ ਮੈਂ ਇਸ ਦੇ ਵਿੱਚੋਂ ਕਰੰਟ ਪੇਜ ਤੇ ਕਲਿੱਕ ਕਰਾਂਗਾ ਤੇ ਜਿਸ ਤਰੀਕੇ ਨਾਲ ਮੈਂ ਹੁਣ ਪੇਜ ਨੰਬਰ 2 ਤੇ ਕਲਿੱਕ ਕੀਤਾ ਹੋਇਆ ਹੈ ਤੇ ਸਿਰਫ ਪੇਜ ਨੰਬਰ 2 ਹੀ ਪ੍ਰਿੰਟ ਹੋਏਗਾ, ਨਾ ਤਾਂ ਪੇਜ ਨੰਬਰ 3 ਪ੍ਰਿੰਟ ਹੋਏਗਾ ਨਾ ਹੀ ਪੇਜ ਨੰਬਰ 1। ਇਸੇ ਤਰੀਕੇ ਨਾਲ ਅਸੀਂ ਕਸਟਮ ਪ੍ਰਿੰਟ ਤੇ ਜਾ ਕੇ ਆਪਣੇ ਅਨੁਸਾਰ ਜਿਸ ਤਰੀਕੇ ਨਾਲ ਮੈਂ ਇੱਥੇ 1,3 ਹੁਣ ਅਸੀਂ ਜੇ ਇਸ ਤਰੀਕੇ ਨਾਲ ਪ੍ਰਿੰਟ ਕਰਾਂਗੇ ਤੇ ਪੇਜ ਨੰਬਰ 1 ਅਤੇ 3 ਪ੍ਰਿੰਟ ਹੋਣਗੇ ਜਦ ਕਿ ਪੇਜ ਨੰਬਰ 2 ਪ੍ਰਿੰਟ ਨਹੀਂ ਹੋਵੇਗਾ। ਅਸੀਂ ਇੱਥੋਂ ਆਪਣੀ ਲੋੜ ਦੇ ਅਨੁਸਾਰ ਪੇਜ ਦੀਆਂ ਜੋ ਅਸੀਂ ਪੇਜ ਪ੍ਰਿੰਟ ਕਰਨਾ ਚਾਹੁੰਦੇ ਹਾਂ ਉਸ ਦੀਆਂ ਸੈਟਿੰਗ ਚੇਂਜ ਕਰ ਸਕਦੇ ਹਾਂ। ਇਸ ਤਰੀਕੇ ਨਾਲ ਅਸੀਂ ਪੋਰਟਰੇਟ, ਲੈਂਡਸਕੇਪ ਪੇਪਰ ਨੂੰ ਇਸ ਤਰ੍ਹਾਂ ਲੰਬਾਈ ਦੇ ਵਿੱਚ ਯੂਜ਼ ਕਰਨਾ ਚਾਹੁੰਦੇ ਹਾਂ ਜਾਂ ਚੌੜਾਈ 'ਚ ਯੂਜ਼ ਕਰਨਾ ਚਾਹੁੰਦੇ ਹਾਂ ਉਸ ਨੂੰ ਚੇਂਜ ਕਰ ਸਕਦੇ ਹਾਂ। ਲੈਂਡਸਕੇਪ, ਪੋਰਟਰੇਟ ਉਸ ਦੀ ਓਰੀਐਂਟੇਸ਼ਨ ਚੇਂਜ ਕੀਤੀ ਜਾ ਸਕਦੀ ਹੈ, ਪੇਪਰ ਦੇ ਸਾਈਜ਼ ਚੇਂਜ ਕੀਤੇ ਜਾ ਸਕਦੇ ਹਨ, ਮਾਰਜਨ। ਹੁਣ ਤੁਸੀਂ ਦੇਖੋਗੇ ਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਪੇਜ ਨੰਬਰ 1, 2 ਤੇ 3 ਪੇਜਿਸ ਦੇ ਉੱਪਰ ਸਾਡਾ ਡਾਟਾ ਜਾ ਰਿਹਾ ਹੈ, ਪਰ ਮੈਂ ਇਸ ਨੂੰ 2 ਪੇਜ ਤੇ ਐਡਜਸਟ ਕਰਨਾ ਚਾਹੁੰਦਾ ਹਾਂ ਤੇ ਅਸੀਂ ਇੱਥੋਂ ਮਾਰਜਨ ਜੋ ਹੈ ਉਸ ਨੂੰ ਘਟਾ ਦੇਵਾਂਗੇ। ਹੁਣ ਤੁਸੀਂ ਦੇਖੋਗੇ ਕਿ ਸਾਡਾ ਡਾਟਾ ਜੋ ਹੈ ਉਹ 2 ਪੇਜ ਦੇ ਉੱਪਰ ਇਕੱਠਾ ਹੋ ਚੁੱਕਾ ਹੈ। ਅਸੀਂ ਇਸ ਤਰੀਕੇ ਨਾਲ ਸਾਰੀਆਂ ਸੈਟਿੰਗ ਕਰਕੇ ਜਦੋਂ ਅਸੀਂ ਪ੍ਰਿੰਟ ਬਟਨ ਤੇ ਕਲਿੱਕ ਕਰਾਂਗੇ ਤਾਂ ਆਟੋਮੈਟਿਕਲੀ ਪ੍ਰਿੰਟਰ ਜੋ ਹੈ ਉਸ ਨੂੰ ਕਮਾਂਡ ਚਲੀ ਜਾਵੇਗੀ ਤੇ ਉਹ ਇਹਨਾਂ ਪੇਜਾਂ ਨੂੰ ਪੇਪਰ ਉੱਪਰ ਛਾਪ ਦੇਵੇਗਾ।